ਸਾਨੂੰ ਗੱਲ ਬਹੁਤ ਕੀਤੀ ਮੁਸ਼ਕਲ ਹੈ। ਜਿਹਨੇ ਕਰਨਾ ਹੈ ਕੁਝ ਉਹਨੂੰ ਕੁਝ ਮਿਲਣਾ, ਜਿਹਨੇ ਨਹੀਂ ਕਰਨਾ ਹੈ ਉਹਦੇ ਵਾਸਤੇ ਪਾਕਿਸਤਾਨ ਬਿਹਤਰ ਹੈ। ਆਪਣੇ ਮਾਂ ਪਿਓ ਦੇ ਕੋਲ ਚੁੱਪ ਕਰਕੇ ਲੰਮੇ ਪੈ ਰਹੋ। चाओ अस्सलाम वालेकुम हसन भाई वेलकम बैक इटली जी आ ही गए हो वेलकम बैक जी क्वार्टो सेंटलिना ये विया टेम्पो उनो ये साडे कैंप का नाम है ते माशाल्लाह हसन भाई आ गए ने मेरे नाल खिंच लिया अपने कोल है ना ਮੁਹੱਬਤ ਜਿੱਥੇ ਹੋਵੇ ਫਿਰ ਉੱਥੇ ਬੰਦਾ ਆ ਹੀ ਜਾਂਦਾ ਹੈ। ਲੋਕ ਕਿੱਥੇ ਵਿਛੜ ਗਏ ਹਾਂ ਉੱਥੇ। ਚਲੋ ਛੱਡ ਦਿਓ ਬੈਗ ਮੈਨੂੰ ਦਿਓ ਤੁਸੀਂ ਹੁਣ ਆਏ ਹੋ ਜਰਾ ਥੱਕੇ ਹੋ ਤੇ ਬਾਕੀ ਦੱਸੋ ਬਈ ਤੁਹਾਨੂੰ ਕੰਟਰੈਕਟ ਕਿੰਝ ਹੋਇਆ ਕੋਈ ਦੇਖਣ ਵਾਲੇ ਜਿਹੜੇ ਇਟਲੀ 'ਚ ਬਹੁਤ ਜ਼ਿਆਦਾ ਐਸੇ ਦੋਸਤ ਨੇ ਉਹ ਕਹਿੰਦੇ ਨੇ ਵੀ ਯਾਰ ਅਸੀਂ ਇੰਨੀ ਦੇਰ ਹੋ ਗਈ ਜੇ ਅਸੀਂ ਨਾ ਇਹ ਪਿੰਡਾਂ ਦੇ ਵਿੱਚ ਹੀ ਫਸੇ ਨੇ ਉਹ ਸ਼ਹਿਰਾਂ ਨਹੀਂ ਆਉਂਦੇ ਉਹ ਫਿਰ ਇੰਝ ਕਰਦੇ ਨੇ ਡਾਇਰੈਕਟ ਕੈਂਪ ਹੀ ਛੱਡਦੇ ਨੇ ਬਾਤ ਸਹੀ ਹੈ ਕੈਂਪ ਛੱਡਣਾ ਤੇ ਬਹੁਤ ਜਿਸ ਜਦ ਤੱਕ ਤੁਹਾਨੂੰ ਪੇਪਰ ਨਹੀਂ ਮਿਲਦੇ ਤੇ ਬਾਹਰ ਤੁਸੀਂ ਜ਼ਲੀਲ ਹੋਵੋਗੇ ਅਜੇ ਹਸਨ ਭਾਈ ਨਾਲ ਇਸ ਬੈਗ ਗੱਲਾਂ ਕਰਨ ਦੇ ਕਿਉਂ ਨਾ ਪਿੰਡ ਤੋਂ ਸ਼ਹਿਰ ਟ੍ਰਾਂਸਫਰ ਕਰਵਾਇਆ। ਤੁਸੀਂ ਮੇਰੇ ਪਿਛਲੇ ਵਲੋਗਾਂ 'ਚ ਵੀ ਦੇਖਿਆ ਹੋਣਾ ਹਸਨ ਭਾਈ ਮੇਰੇ ਨਾਲ ਵੀਰਾ ਨਾਲ ਮੈਂ ਫੋਰੋ ਇਕੱਠੇ ਸੀ ਰਹੇ ਹਾਂ ਤੇ ਮੇਰਾ ਪਹਿਲਾਂ ਟ੍ਰਾਂਸਫਰ ਹੋ ਗਿਆ ਸੀ ਹਸਨ ਭਾਈ ਦਾ ਹੁਣ ਹੋਇਆ ਅੱਜ ਟ੍ਰਾਂਸਫਰ ਤੇ ਹਸਨ ਭਾਈ ਨਾਲ ਗੱਲਬਾਤ ਕਰਨੇ ਆ ਤੇ ਹਸਨ ਭਾਈ ਮਾਸ਼ਾਅੱਲਾ ਚੰਗੇ ਤਿਆਰ ਹੋ ਗਏ ਹੈ ਟ੍ਰਾਂਸਫਰ ਹੋਇਆ ਇੱਥੇ ਤੁਹਾਨੂੰ ਪਤਾ ਜੰਗਲਾਂ ਦੇ ਵਿੱਚ ਉਹਨਾਂ ਸੁੱਟਿਆ ਸੀ ਸਹੀ ਹੋ ਗਿਆ ਹੁਣ ਸ਼ਹਿਰ ਦੇ ਵਿੱਚ ਹੋਣਾ ਫਿਰ ਪਿੰਡ ਵਾਲਾ ਮਾਹੌਲ ਥੋੜੀ ਕਰਕੇ ਹਾਂਜੀ ਗੱਲ ਇਹ ਤੇ ਗੱਲ ਸਹੀ ਕੀਤੀ ਹੈ ਤੇ ਬੈਗ ਦੇਖਦੇ ਮੈਨੂੰ ਤੇ ਅੱਛਾ ਓਕੇ ਤੇ ਬਾਕੀ ਇਹ ਮੈਨੂੰ ਦੱਸੋ ਤੁਸੀਂ ਟ੍ਰਾਂਸਫਰ ਆਪਣਾ ਕਿੰਝ ਕਰਾਇਆ ਵੇ ਜਿਹੜਾ ਕਿ ਦੇਖਣ ਵਾਲੇ ਨੂੰ ਵੀ ਕਰਵਾ ਲੇ ਉਹਨਾਂ ਨੂੰ ਕੈਂਪ ਨਾ ਛੱਡਣਾ ਪਵੇ ਅੱਛਾ ਕੰਮ ਕੋਈ ਤੁਹਾਡਾ ਖੁਦ ਜਾਣਨ ਵਾਲਾ ਜਾਂ ਰਿਸ਼ਤੇਦਾਰ ਦੇ ਕੰਮ ਲੱਗ ਦਿੱਤਾ ਜਾਂ ਦੋਸਤ ਕਿਸੇ ਨੇ ਲੱਗਿਆ ਸੀ ਆਪੀ ਮਤਲਬ ਦਮਾਂਦੇ ਚਪੰਦੇ ਮਾਰੇ ਨੇ ਆਪੀ ਨਿਕਲੇ ਬਾਹਰ ਉੱਥੋਂ ਤੁਹਾਨੂੰ ਪਤਾ ਕਿੰਨਾ ਸਫ਼ਰ ਬਣ ਜਾਂਦਾ ਉੱਥੋਂ ਤਕਰੀਬਨ ਤੁਸੀਂ ਵੀ ਦੇਖਿਆ ਨਾ ਮੇਰੇ ਵਲੋਗ 'ਚ 4 ਘੰਟੇ ਦਾ ਸਫ਼ਰ 2 ਘੰਟੇ ਆਉਣ 2 ਘੰਟੇ ਜਾਣ ਤੇ ਕੰਮ ਢੂੰਡਿਆ ਫਿਰ ਕੰਮ ਢੂੰਡ ਕੇ ਉੱਥੇ ਪਹਿਲੇ ਤੇ ਹਫਤਾ ਉਹਨੇ ਵੇਖਿਆ ਕੰਮ ਕੈਸਾ ਕਰਦੇ ਨੇ ਠੀਕ ਕਰਦੇ ਰੂਵਾ ਦਿੱਤਾ ਫਿਰ ਹਫਤੇ ਤੋਂ ਬਾਅਦ ਉਹਨਾਂ ਜਨਾਬੇ ਵਾਲਾ ਕੰਟਰੈਕਟ ਕੀਤਾ ਫਿਰ 3 ਦਿਨ ਬਾਅਦ ਹਾਜ਼ਰੀ ਲਾਉਣ ਜਾਂਦੇ ਹਾਂ ਕੈਂਪ 'ਚ 3 ਦਿਨ ਇੱਥੇ ਹੀ ਮਤਲਬ ਕਦੇ ਕਿਸੇ ਕੋਲ ਸੌਂ ਕਦੇ ਕਿਸੇ ਕੋਲ ਸੌਂ ਬੜਾ ਮੁਸ਼ਕਲ ਹੋਣੇ ਹੈ ਠੰਡ 'ਚ ਦਿਨ ਇੱਕ ਦਿਨ ਪਾਰਕ 'ਚ ਵੀ ਸੁੱਤਾ ਬਹੁਤ ਮੁਸ਼ਕਲ ਹੋਈ ਤੁਸੀਂ ਦੱਸ ਰਹੇ ਹੋ ਫੋਨ ਤੇ ਯਾਰ ਪਾਰਕ 'ਚ ਸੁੱਤਾ ਮਜਬੂਰੀ ਯਾਰ ਦੇਖ ਲਓ ਮੈਂ ਵੀ ਕੈਂਪ 'ਚ ਰਹਿਣਾ ਤੇ ਕੈਂਪ 'ਚ ਸਾਡਾ ਸੂਦ ਨੇ ਤੁਹਾਨੂੰ ਵੀ ਪਤਾ ਆਪਣੇ ਵੀਰਾਂ ਨੇ ਫੋਰ ਵਾਲੇ ਕੈਂਪ ਦਾ ਤੇ ਕੈਂਪ ਦੇ ਵਿੱਚ ਬੰਦਾ ਨਹੀਂ ਰੱਖ ਸਕਦਾ ਕਿਸੇ ਨੂੰ ਕਿਉਂਕਿ ਰਾਤੀ ਕੰਟਰੋਲ ਹੁੰਦਾ ਹੈ ਨਾ ਵੀ ਇੱਕ ਰਾਤ ਕਿਸੇ ਦੋਸਤ ਨੂੰ ਰੱਖਣੇ ਨੂੰ ਤੇ ਬੰਦ ਤੁਹਾਡਾ ਵੀ ਬਿਸਤਰਾ ਬਾਹਰ ਹੋਵੇ ਤੇ ਇੱਥੇ ਕਿੱਥੇ ਜਾਣਾ ਹੈ ਕਿਸੇ ਕੋਲ ਪਹਿਲਾਂ ਕੰਟਰੈਕਟ ਤੋਂ ਬਾਅਦ ਉਹਨਾਂ ਨੂੰ ਦਿੱਤਾ ਪੂਰਾ ਵੀ ਮੇਲਾਂ ਕੀਤੀਆਂ ਉੱਥੇ ਕੈਂਪ ਵਾਲਿਆਂ ਨੂੰ ਦਿੱਤਾ ਵੀ ਸਾਨੂੰ ਉੱਥੇ ਕੰਮ ਲੱਭ ਗਿਆ ਤੁਹਾਨੂੰ ਆਉਣ ਜਾਣ ਦਾ ਬੜਾ ਮਸਲਾ ਸਾਡਾ ਤੁਹਾਡੀ ਮਿਹਰਬਾਨੀ ਟ੍ਰਾਂਸਫਰ ਕਰੋ ਉੱਥੇ ਤੇ ਚਲੋ ਅੰਦਰ ਬੈਗ ਗੱਲ ਕਰਦੇ ਹਾਂ ਬਾਕੀ ਹੈ ਨਾਲ ਤੁਹਾਨੂੰ ਆਪਣੇ ਕੈਂਪ ਆਉਂਦੇ ਹਾਂ ਤੇ ਤੁਸੀਂ ਹੁਣ ਇਟਲੀ 'ਚ ਆ ਗਏ ਹੋ ਤੁਹਾਨੂੰ ਕਿੰਨਾ ਖੁਸ਼ ਸੋਰੀ ਇਟਲੀ 'ਚ ਤਾਂ ਬਹੁਤ ਦੇਰ ਤੋਂ ਪਰ ਤੁਸੀਂ ਇਟਲੀ 'ਚ ਫਿਰ ਦੁਬਾਰਾ ਤੋਂ ਹੁਣ ਆਏ ਕਿਉਂਕਿ ਤੁਸੀਂ ਸ਼ਹਿਰ ਦੇ ਵਿੱਚ ਆ ਗਏ ਹੋ ਪਹਿਲਾਂ ਤੁਹਾਨੂੰ ਹਸਨ ਭਾਈ ਕਿਉਂ ਘਰਾਂ ਦੇ ਵਿੱਚ ਆ ਗਏ ਆ ਤੇ ਦੂਰ ਤੱਕ ਕੋਈ ਚੀਜ਼ ਹੀ ਨਹੀਂ ਆਇਆ ਹਾਂਜੀ ਘਰਾਂ ਦੇ ਵਿੱਚ ਹਾਂ ਤੁਸੀਂ ਹੁਣ ਇਟਾਲੀਅਨ ਦੇ ਘਰ ਹਾਂਜੀ ਮੇਨ ਸ਼ਹਿਰ ਦੇ ਵਿੱਚ ਤੁਸੀਂ ਇਸ ਟਾਈਮ ਸੀਟੀਐਮ ਦਾ ਸਟਾਫ ਵੀ ਬਿਲਕੁਲ ਇੱਥੇ 10 ਮਿੰਟ ਦੀ ਦੂਰੀ 'ਤੇ ਵੇ ਤੇ ਬਾਕੀ ਇਹ ਪਤਾ ਜੇ ਬੱਸ ਦੀ ਇੱਕ ਟਿਕਟ ਲੈਣੀ ਸੀ ਤੇ ਇੱਕ ਤਰਫ ਦੀ 4 ਯੂਰੋ ਦੀ ਟਿਕਟ ਸੀ ਤੇ 8 ਯੂਰੋ ਆਉਣ ਜਾਂਦੇ ਲੱਗ ਜਾਂਦੇ ਹਨ ਤੇ ਇੱਥੇ ਹਸਨ ਭਾਈ ਮੈਂ ਤੁਹਾਨੂੰ ਕਾਰਡ ਦਿਖਾਣਾ ਅੰਦਰ ਕਮਰੇ 'ਚ ਪਿਆ ਵੇ ਇਹ 7 ਯੂਰੋ ਤੇ 40 ਸੈਂਟ ਲੱਗਦੇ ਪੂਰਾ ਮਹੀਨਾ ਅਸੀਂ ਸ਼ਹਿਰ ਦੇ ਵਿੱਚ ਭਾਈਜਾਨ ਘੁੰਮ ਸਕਦੇ ਹਾਂ ਉਹ ਕਾਰਡ ਪੂਰਾ ਮਹੀਨਾ ਚੱਲੇਗਾ ਹਾਂਜੀ ਪੂਰਾ ਮਹੀਨਾ ਤੁਹਾਡਾ ਕਾਰਡ ਚੱਲਣਾ ਵੇ ਤੇ ਉਹਦਾ ਫਾਇਦਾ ਹੈ ਵੀ ਤੁਸੀਂ ਸਟੂਡੈਂਟ ਕਾਰਡ ਕਰਕੇ ਬਣਵਾਉਣਾ ਨਾ ਹੁਣ ਇੱਥੇ ਨਾਲ ਹੀ ਸਟੂਡੈਂਟ ਮੈਂ ਸਕੂਲ ਵੀ ਜਾਣਾ ਵਾ ਤੁਹਾਨੂੰ ਸਕੂਲ ਨਾਲ ਲੈ ਕੇ ਜਾਵਾਂ 10 ਲੱਖ ਕਰਾਵਾਂਗਾ ਤੇ ਤੁਸੀਂ ਆਪਣੇ ਸਕੂਲ ਦਾ ਐਡਰੈਸ ਦੇਣਾ ਵੇ ਜੇ ਤੁਸੀਂ ਕੋਰਸ ਕਰ ਰਹੇ ਹੋ ਉਹਨੇ ਦੂਏ ਕਰ ਰਹੇ ਹੋ ਜਾਂ ਕੋਈ ਹੋਰ ਇਲੈਕਟ੍ਰੀਕਲ ਕੋਰਸ ਕਰ ਰਹੇ ਉਹਦਾ ਤੁਸੀਂ ਕੋਰਸ ਦੱਸਣਾ ਵੇ ਸੀਟੀਐਮ ਆ ਜਾਣ ਤੋਂ ਤੁਹਾਡੇ ਸਟੂਡੈਂਟ ਕਾਰਡ ਬਣਾ ਦੇਣਾ ਤੇ ਅਗਰ ਜੇ ਤੁਸੀਂ ਸਟੂਡੈਂਟ ਕਾਰਡ ਨਾ ਬਣਵਾਓਗੇ ਤੇ ਉਂਝ ਨਾਰਮਲ ਕਾਰਡ ਬਣਵਾਓਗੇ ਤੇ ਉਹ 32 ਜ਼ਿਆਦਾ ਯੂਰੋ ਲੱਗ ਜਾਂਦੇ ਤੇ ਆਓ ਅੰਦਰ ਬਹਿ ਕੇ ਆਰਾਮ ਨਾਲ ਹਸਨ ਭਾਈ ਨਾਲ ਗੱਲਾਂ ਕਰਨੀਆਂ ਤੇ ਲੈਟਸ ਗੋ ਬਹੁਤ ਖੁਸ਼ੀ ਹੋ ਰਹੀ ਹੈ ਹਸਨ ਭਾਈ ਆ ਗਏ ਮੈਂ ਵੀ ਇਕੱਲਾ ਹਾਂ ਕੈਂਪ ਦੇ ਵਿੱਚ ਕਮਰਾ ਹੁਣ ਕਿਹੜਾ ਜਿਹਾ ਤੁਹਾਡੇ ਕਮਰੇ ਦੀ ਟ੍ਰਾਂਸਫਰ ਕੇ ਕਿਸੇ ਹੋਰ ਕਮਰੇ ਸੁੱਟਿਆ ਨਹੀਂ ਤੁਹਾਨੂੰ अपने नाल रखन दे के आओ हम अंदर बैठे हैं तो जी गाइस हम आ चुके हैं अपने रूम में तो ये है बेड है आपका हसन भाई इस कमरे में मैं और हसन भाई रहेंगे दरवाज़ा बंद कर दें सर्दी बहुत है तो ये है गाइस ये आपके लिए थोड़ा सा इंतज़ाम किया है आज भाई आ रहा है आप मुझे
जंगलों में खाना खिलाते रहे हैं, तो मैंने सोचा यार आप आ रहे हो थोड़ा सा आपके लिए भी हो जाए। ये हसन भाई का बेड है और ये मेरा बेड है और 2 पीछे लड़कियाँ वो हैं, तो हम अपने इधर बैठे हैं हसन भाई। बैग अब इधर छोड़ दें या आपके बेड अभी अब पास ही रख लें? हाँ, बाद में बेड के नीचे रख दें या ऊपर रख दें। तो बैठें कुछ खाएं और अब अभी हमें बताएं कि ये इसको ओपन करें, मेरे हाथ में कैमरा है इधर से। हाँ, तो अभी हसन भाई ये मुझे बताएं कि ट्रांसफ़र में कितना टाइम लगा और जो इधर इटालिया में रहते हैं उनको क्या ट्रांसफ़र कराने के लिए क्या क्या चीज़ें चाहिए, या सिर्फ हिम्मत चाहिए शहर आने जाने की, या फिर और कुछ ऐसी बातें जो नहीं देखने वाले हैं उनके लिए फ़ायदेमंद साबित हों। ट्रांसफर यार भाई मैं ਕੰਟਰੈਕਟ ਦਿੱਤਾ ਉਹਨਾਂ ਨੂੰ, ਮੇਰਾ 3 ਮਹੀਨੇ ਦਾ ਕੰਟਰੈਕਟ ਹੋਇਆ ਕੰਮ ਦਾ। ਅੱਛਾ। ਤੇ ਕੰਟਰੈਕਟ ਦੇ ਕੇ ਪੜਤੂਰੇ ਦੇਣਾ ਪੈਂਦਾ, ਉਸ ਤੋਂ ਬਾਅਦ ਉਹ ਖੁਦ ਹੀ ਮੇਲਾਂ ਕਰੋ ਉਹਨਾਂ ਨੂੰ। ਠੀਕ ਹੈ। ਉਹ ਖੁਦ ਹੀ ਉਹਨਾਂ ਨੂੰ ਦੱਸੋ ਕਿ ਸਾਨੂੰ ਆਉਣੇ ਜਾਣੇ ਦਾ ਮਸਲਾ ਏਡੀ ਦੂਰ ਅਸੀਂ ਆ ਜਾ ਨਹੀਂ ਸਕਦੇ ਆ। ਓਕੇ। ਤੁਹਾਨੂੰ ਜੇ ਤੁਹਾਡਾ ਕੰਮ ਦਾ ਕੰਟਰੈਕਟ ਹੋਇਆ ਤੇ ਨਜ਼ਦੀਕ ਕਿਤੇ ਕਾਰਡ ਦਿਓ ਜਾਂ ਰੈਸ਼ ਦਿਓ। ਸਹੀ ਹੋ ਗਿਆ। ਤੇ ਫਿਰ ਉਹ ਖੁਦ ਹੀ ਵੇਖ ਲੈਂਦੇ ਨੇ, ਜਿੱਥੇ ਕਿਤੇ ਜਗ੍ਹਾ ਹੋਏ ਨਜ਼ਦੀਕ ਉੱਥੇ ਟ੍ਰਾਂਸਫਰ ਕਰ ਦਿੰਦੇ ਨੇ। ਵਾਹ, ਤੇ ਪੈਕਿੰਗ ਵਾਵਾ ਕਰਕੇ ਲਿਆਂਦੀ ਜੀ ਵੀਰਾਂ ਫੋਰੋ ਤੋਂ? ਹੈ ਪੈਕਿੰਗ ਫ੍ਰਾਂਚਿਸਕੋ ਨੇ ਵਾਵਾ ਕੱਪੜੇ ਦਿੱਤੇ ਨੇ? ਤਕੱਲਫ ਕੀਤੀ ਯਾਰ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤਕੱਲਫ ਕਿਹੜੀ ਗੱਲ ਹੈ। ਤੁਸੀਂ ਜੰਗਲਾਂ ਦੇ ਵਿੱਚ ਲਿਆਉਂਦੇ ਰਹੇ ਮੈਂ ਤਾਂ ਵੀ ਕੋਲ ਦੁਕਾਨ ਹੈ ਸਾਡੇ। ਅੱਛਾ ਜੀ, ਆਪਣਾ ਕੰਟਰੈਕਟ ਦੇਣਾ ਵੇ ਤੇ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਕੰਟਰੈਕਟ ਦੇਣਾ ਵੇ ਆਪਣਾ, ਤੇ ਦੁਕਾਨ ਤੇ ਆਉਣਾ ਵੇ, ਤੇ ਹੋਰ ਕੁਛ ਐਸੀਆਂ ਚੀਜ਼ਾਂ ਤੇ ਵੀ ਕੰਟਰੈਕਟ ਹੋਣੇ ਤੋਂ ਬਾਅਦ ਕਿੰਨੀ ਕੁ ਦੇਰ ਲੱਗਦੀ ਹੈ। ਤੇ ਕੁਛ ਜਿਹੜੇ ਬੰਦੇ ਨੇ ਇਟਾਲੀਆ ਦੇ ਵਿੱਚ, ਜਿਵੇਂ ਅਸੀਂ ਵਿਲਾ ਨਵਾਂ ਫੁਰ ਰਹੇ ਹਾਂ, ਤੇ ਇੰਝ ਹੋਰ ਬੰਦੇ ਨੇ ਮੇਰੇ ਜਾਣਨੇ ਵਾਲੇ ਵੀ ਹੈ ਨੇ, ਹੋਰ ਵੀ ਜਿਹੜੇ ਵੀਡੀਓ ਦੇਖ ਰਹੇ ਨੇ ਇਟਾਲੀਆ 'ਚ ਜਾਂ ਆਉਣਾ ਚਾਹੁੰਦੇ ਨੇ। ਕੋਈ ਪਤਾ ਨਹੀਂ ਕੈਂਪ ਤੁਹਾਨੂੰ ਪਿੰਡਾਂ 'ਚ ਲੱਭਦਾ ਜਾਂ ਸ਼ਹਿਰ 'ਚ ਲੱਭਦਾ। ਅਗਰ ਮਿਲਾਨ 'ਚ ਜਿਹੜੇ ਬੰਦੇ ਆਉਂਦੇ ਨੇ ਨਾ ਸ਼ਿਪ 'ਚ, ਤੁਹਾਨੂੰ ਪਤਾ ਰਿਸੀਵ ਕਰਦੇ ਨੇ ਖੁਦ ਇਟਾਲੀਆ ਵਾਲੇ, ਉਹਨਾਂ ਨੂੰ ਤੁਹਾਨੂੰ ਪਤਾ ਫਲੋਰੈਂਜ਼ਾ ਮਿਲਾਨ ਉਹ ਵਾਲੇ ਸ਼ਹਿਰਾਂ 'ਚ ਖੜਦੇ ਨੇ। ਜਿਹੜੇ ਆਉਂਦੇ ਨੇ ਯੂਨਾਨ ਵਾਲੀ ਸਾਈਡ ਤੋਂ ਖੁਦ ਪੈਦਲ ਚੱਲ ਕੇ, ਜਿਵੇਂ ਮੈਂ ਅਸੀਂ ਆਏ ਪੈਦਲ ਚੱਲ ਕੇ, ਤੇ ਇਹਨਾਂ ਨੂੰ ਨਾ ਇਸ ਜਜ਼ੀਰੇ ਤੇ ਉਹੜੀਆਂ ਜਗ੍ਹਾ ਤੇ ਘੱਲਣ ਦੇ ਜਿੱਥੇ ਆਬਾਦੀ ਬਿਲਕੁਲ ਘੱਟ ਏ, ਪਿੰਡਾਂ ਨਹੀਂ ਕਹਿੰਦੇ ਬਈ ਆਬਾਦੀ ਬਣਾਉਣੇ ਵਾਲੇ ਬਈ ਪਤਾ ਨਾ ਜਜ਼ੀਰਿਆਂ ਤੇ ਜ਼ਿਆਦਾ ਘੱਲਦੇ ਨੇ। ਆਬਾਦੀ ਨਹੀਂ ਬਣਾਉਂਦੇ ਹੈ ਜਿੱਥੇ ਮਤਲਬ ਇਹਨਾਂ ਨੂੰ ਪਤਾ ਹੋਏ ਕਿ ਇੱਥੇ ਬੰਦਿਆਂ ਦੀ ਜ਼ਰੂਰਤ ਹੈ। ਹਾਂ ਉਹੀ ਨਾ, ਫਿਰ ਬੰਦੇ ਟ੍ਰਾਂਸਫਰ ਕਰ ਦਿੰਦੇ ਨੇ ਵੀ ਇੱਥੇ ਕੰਮ ਹੈ, ਆਬਾਦੀ ਜ਼ਿਆਦਾ, ਕੰਮ ਲਈ ਬੰਦੇ ਨਹੀਂ ਹੈ। ਹਾਂਜੀ, ਤੇ ਫਿਰ ਉੱਥੇ ਜ਼ਿਆਦਾ ਟ੍ਰਾਂਸਫਰ ਬੰਦਿਆਂ ਦਾ ਕਰ ਦਿੰਦੇ ਨੇ। ਸਹੀ। ਤੁਸੀਂ ਇਹ ਕਮਰਾ ਤੇ ਬਹੁਤ ਸਾਫ ਸੁਥਰਾ ਮਾਹੌਲ। ਹਾਂਜੀ, ਕਮਰਾ ਵਧੀਆ, ਉਹ ਚੈੱਕ ਕਰੋ। ਕਿਰਾਇਆ ਰੋਡ ਜਾ ਰਿਹਾ ਨਾਲ। ਹਾਂਜੀ, ਰੋਡ ਇੱਥੋਂ GTM ਦਾ ਸਟਾਫ ਬਿਲਕੁਲ ਨਜ਼ਦੀਕ ਹੈ। ਤੇ ਦੂਸਰੇ ਨੰਬਰ ਤੇ ਜਿਹੜੇ ਪਿੰਡਾਂ 'ਚ ਰਹਿ ਰਹੇ ਨੇ ਇਟਾਲੀਆ ਯੂਰਪ ਦੇ ਵਿੱਚ ਇਸ ਟਾਈਮ, ਤੇ ਉਹ ਆਪਣਾ ਟ੍ਰਾਂਸਫਰ ਦਾ ਮਤਲਬ ਕਰਾ ਸਕਦੇ ਨੇ। ਤੁਸੀਂ ਦੇਖ ਲਿਆ ਹਸਨ ਭਾਈ ਅੱਜ ਟ੍ਰਾਂਸਫਰ ਕਰਾ ਕੇ ਆਏ ਨੇ। ਆਸਾਨ ਹੈ ਇੱਥੇ ਕਰਾਉਣਾ। ਤੇ ਤੁਸੀਂ ਪਹਿਲੇ ਨੰਬਰ ਕੰਟਰੈਕਟ ਤੇ, ਜੇ ਨਾ ਕੰਟਰੈਕਟ ਤੁਹਾਡਾ ਕੋਈ ਸਬਬ ਬਣੇ, ਤੁਸੀਂ ਪੜਤੂਰੇ ਦੀ ਈਮੇਲ ਲੱਭ ਕੇ ਉਹਦੇ ਤੇ ਮੇਲਾਂ ਕਰੋ। ਹਾਂਜੀ, ਬੋਲੋ ਕਿ ਸਾਨੂੰ ਕੰਮ ਦੀ ਜ਼ਰੂਰਤ ਹੈ, ਅਸੀਂ ਕੰਮ ਵਾਸਤੇ ਇੱਥੇ ਆਏ ਹਾਂ ਇਟਾਲੀਆ 'ਚ, ਇੱਥੇ ਕੰਮ ਨਹੀਂ ਹੈ ਜਿੱਥੇ ਅਸੀਂ ਰਹਿ ਰਹੇ। ਜੀ ਜੀ, ਸਾਨੂੰ ਉਸ ਜਗ੍ਹਾ ਤੇ ਭੇਜੋ ਜਿੱਥੇ ਕੰਮ ਹੈ, ਅਸੀਂ ਕੰਮ ਕਰਕੇ ਤੇ ਆਪਣੇ ਘਰ ਦਾ ਸਰਕਟ ਨਿਜ਼ਾਮ ਚਲਾ ਸਕੀਏ। ਹਾਂਜੀ, ਇਹ ਗੱਲ ਬੜੀ ਹਸਨ ਭਾਈ ਨੇ ਠੀਕ ਕਹੀ ਹੈ। ਹੋਰ ਬੜੇ ਜ਼ਿਆਦਾ ਸਾਡੇ ਕੈਂਪ ਜਿਵੇਂ ਨਵਾਂ ਫੋਰੋ 'ਚੋਂ ਸ਼ਹਿਰ ਆਏ ਨੇ ਬੰਦੇ, ਤੇ ਜਿਨ੍ਹਾਂ ਨੇ ਨਾ ਵੀ ਟ੍ਰਾਂਸਫਰ ਈਮੇਲ ਦੇ ਥਰੂ ਕਰਾਇਆ ਵੇ। ਪਹਿਲਾਂ ਸਾਨੂੰ ਨਹੀਂ ਪਤਾ ਵੀ ਈਮੇਲ ਥਰੂ ਟ੍ਰਾਂਸਫਰ ਹੋ ਜਾਂਦਾ ਵੇ, ਤੇ ਹੋ ਜਾਂਦਾ ਵੀ। ਬੜਾ ਹਸਨ ਭਾਈ ਨੂੰ ਮਾਸ਼ਾਅੱਲਾ ਖੁਦ ਨੇ ਬੜੀ ਹਿੰਮਤ ਕੀਤੀ ਹੈ, ਖੁਦ ਸ਼ਹਿਰ ਆਏ ਨੇ। ਤੁਸੀਂ ਪਿਛਲੀਆਂ ਵੀ ਵੀਡੀਓ ਦੇਖਿਆ ਹੋਣਾ ਵੇ, ਕਿਉਂਕਿ 2 ਘੰਟੇ ਦਾ ਸਫ਼ਰ ਆਉਣ ਜਾਣ ਨੇ, ਤੇ ਬਾਕੀ ਕੈਂਪ ਦੇ ਵਿੱਚ ਰਹਿਣਾ। ਤੇ ਇਹ ਸਾਰੇ ਟਾਈਮ ਦੇ ਵਿੱਚ ਹਸਨ ਭਾਈ ਤੁਸੀਂ ਕੋਈ ਪਾਕਿਸਤਾਨ ਨੂੰ ਪੈਸੇ ਮੰਗਾ ਕੇ ਤੇ ਨਹੀਂ ਬੱਸ ਦਾ ਕਿਰਾਇਆ ਅਰੇਂਜ ਕੀਤਾ ਸ਼ਹਿਰ ਆਉਣ ਜਾਣ, ਕਿਉਂਕਿ 10 ਯੂਰੋ ਲੱਗ ਜਾਂਦੇ ਨੇ ਇੱਕ ਵਕਤ ਦੇ, ਤੇ ਕਾਫੀ ਮੁਸ਼ਕਿਲ ਹੁੰਦਾ ਹੋਵੇਗਾ ਤੁਹਾਡੇ ਵਾਸਤੇ। ਤੇ ਸਮਾਂ ਭਾਈ ਤੁਹਾਨੂੰ ਪਤਾ ਪਹਿਲੇ ਨੰਬਰ ਤੇ ਉੱਥੇ ਸਾਡਾ ਕੰਮ 'ਚ ਵੀ ਆਪਣਾ ਖਾਣ ਪੀਣ ਹੀ ਸਾਰਾ ਨਿਜ਼ਾਮ ਆ ਖੁਦ ਕਰਨੇ ਖਾਣੇ ਹੈ। ਹਾਂਜੀ, ਤੇ ਕੈਂਪ ਲਈ ਖਰਚਾ ਦਿੰਦੇ ਨੇ ਹਨ। ਤੇ ਇੱਕ ਦੋ ਵਾਰੀ ਦੋਸਤਾਂ ਕੋਲੋਂ ਘਰ ਪਾਕਿਸਤਾਨ ਤੋਂ ਨਹੀਂ ਮੰਗਵਾਇਆ, ਇੱਥੋਂ ਦੋਸਤਾਂ ਕੋਲੋਂ ਮੰਗਵਾਏ ਨੇ ਇੱਕ ਦੋ ਵਾਰੀ ਪੈਸੇ ਵੀ। ਸਹੀ ਸਹੀ। ਤੇ ਚਲੋ ਉਸ ਕੈਂਪਾਂ 'ਚ ਰਹਿ ਕੇ ਤੁਹਾਨੂੰ ਪਤਾ ਵੇਲਿਆਂ ਗੁਜ਼ਾਰਾ ਤਾਂ ਨਹੀਂ ਹੁੰਦਾ, ਫਿਰ ਨਿਜ਼ਾਮ ਤਾਂ ਚਲਾਉਣਾ ਹੀ। ਹਾਂਜੀ, ਜਦੋਂ ਕੋਈ ਦਿਹਾੜੀ ਸ਼ੇੜੀ ਲੱਗ ਜੇ ਇੱਕ ਦੋ ਵਾਰੀ ਦੋਸਤਾਂ ਕੋਲੋਂ ਮੰਗਵਾਏ ਹਨ, ਉਹ ਨਿਜ਼ਾਮ ਆਪਣਾ ਸਿੱਧਾ ਕੀਤਾ। ਹੁਣ ਚਲੋ ਸ਼ੁਕਰ ਅੱਲਾ ਦਾ। ਹਾਂ, ਬਾਕੀ ਉਹ ਤੇ ਅੱਲਾ ਦੀ ਸ਼ੁਕਰ। ਤੁਸੀਂ ਕਿਹੜਾ ਕੋਈ ਹੁੰਦਾ ਕੋਈ ਨਾ ਸਿਰਗੜ ਨਾ ਕੋਈ ਨਸ਼ਾ ਵੇ ਜਿਹੜਾ ਵੇ। ਤੇ ਬਾਕੀ ਅਕਸਰ ਬੰਦੇ ਜਿਹੜੇ ਨੇ ਨਾ ਨਸ਼ੇ ਵਾਲੇ ਸਿਗਰਟਾਂ ਵਾਲੇ, ਉਹ ਇਹ ਵੀ ਲੈਣਾ ਮਖੌਲ ਨੇ।
ਉਹ ਤੁਹਾਨੂੰ ਪਤਾ ਉਹਨਾਂ ਨੂੰ ਬਸ ਚਾਹੀਦਾ ਹੁੰਦਾ ਸਿਗਰਟ ਮਿਲ ਗਿਆ ਉਹਨਾਂ ਸੌ ਲੈਣਾ ਲੰਮਿਆ ਖਾਣਾ ਪੀਣਾ ਅੱਗੇ ਲੱਭਦਾ ਉੱਥੇ ਹਾਂਜੀ ਉਹਨਾਂ ਖਾ ਕੇ ਸੌ ਲੈਣਾ ਪੀ ਹਰਨੇ ਬਸ ਉਹਨਾਂ ਦੀ ਇੱਕੋ ਹੀ ਸੋਚ ਹੈ ਬਸ ਸਾਨੂੰ ਜਦੋਂ ਇੱਥੇ ਪੇਪਰ ਲੱਭ ਜਾਣ ਤੇ ਪੇਪਰ ਕੀ ਉਹਨਾਂ ਦੀ ਸੋਚ ਆਈ ਹੈ ਪਾਸਪੋਰਟ ਲੈ ਕੇ ਕੈਂਪ 'ਚ ਨਿਕਲੀ ਹੈ ਕਿਵੇਂ ਤੈਨੂੰ ਭਾਈ ਹੁਣ ਰਮੀਜ਼ ਦੇ 3 ਸਾਲ ਹੋ ਗਏ ਨਾ ਉਹਨੂੰ ਉੱਥੇ ਕੈਂਪ 'ਚ ਆਉਂਦਾ ਮੈਂ ਪੁਰਾਣਾ ਵਾ ਸਭ ਤੋਂ ਮੈਂ ਪੁਰਾਣਾ ਤੁਹਾਡੇ ਸਾਹਮਣੇ ਉਹਨਾਂ ਕੱਢ ਛੜਿਆ ਨਾ ਕੈਂਪ 'ਚ ਤੇ ਇੰਨਾ ਨਹੀਂ ਹੈ ਉਹਦੇ ਕੋਲ ਕਿ ਵੀ ਮੈਂ ਕਿਸੇ ਕੋਲ ਜਾ ਕੇ ਰਾਤ ਹੀ ਗੁਜ਼ਾਰ ਸਕਾਂ ਤੁਹਾਡੇ ਸਾਹਮਣੇ ਪਾਰਕਾਂ 'ਚ ਸੜਕਾਂ 'ਤੇ ਸੋ ਰਿਹਾ ਇਹ ਵੀ ਹਾਂਜੀ ਚਲੋ ਜੀ ਹਰ ਬੰਦੇ ਦੀ ਆਪਣੀ ਜ਼ਿੰਦਗੀ ਹੈ ਉਹਦੀ ਆਪਣੀ ਜ਼ਿੰਦਗੀ ਨਾ ਸੀ ਕੋਸ਼ਿਸ਼ ਕਰਨੀ ਚਾਹੀਦੀ ਆਪਣਾ ਇੱਥੇ ਆਏ ਆ ਕਮਾਉਣ ਵਾਸਤੇ ਪਿਛਲਿਆਂ ਨੂੰ ਕੁਝ ਸਵਾਰਨ ਵਾਸਤੇ ਹਾਂਜੀ ਜੇ ਇੱਥੇ ਆਣ ਕੇ ਆਪਣਾ ਕੋਈ ਖਾ ਪੀ ਕੇ ਲੰਮਿਆ ਪੈ ਨਾ ਯਾਸ਼ੀ ਕਰ ਛੱਡਣੀ ਫਿਰ ਤੁਹਾਡਾ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਹੈ ਇਹਦੇ ਨਾਲ ਚੁੱਪ ਕਰਕੇ ਉੱਥੇ ਲੰਮਿਆ ਪੈ ਰਵੋ ਘਰ ਆਪਣੇ ਮਾਂ ਪਿਓ ਕੋ ਹਾਂਜੀ ਕਰਨਾ ਕੁਝ ਉਹਨੂੰ ਕੁਝ ਮਿਲਣਾ ਜਿਹਨੇ ਨਹੀਂ ਕਰਨਾ ਹੈ ਉਹਦੇ ਵਾਸਤੇ ਪਾਕਿਸਤਾਨ ਬਿਹਤਰ ਹੈ ਆਪਣੇ ਮਾਂ ਪਿਓ ਦੇ ਕੋਲ ਚੁੱਪ ਕਰਕੇ ਲੰਮਿਆ ਪੈ ਰਵੋ ਨਾ ਗੱਲ ਠੀਕ ਕੀਤੀ ਹੈ ਤੇ ਬਾਕੀ ਜਿੱਥੇ ਵੀ ਤੁਸੀਂ ਰਹੋ ਖਾਸ ਤੌਰ 'ਤੇ ਯੂਰਪ 'ਚ ਜਾਂ ਜਿਹੜੀ ਵੀ ਕੰਟਰੀ 'ਚ ਤੁਸੀਂ ਪਰਹੇਜ਼ ਕਰੋ ਨਸ਼ੇ ਤੋਂ ਤੇ ਨਸ਼ੇ ਵਾਲਿਆਂ ਬੰਦਿਆਂ ਤੋਂ ਕਿਉਂਕਿ ਤੁਸੀਂ ਅਗਰ ਉਹਨਾਂ 'ਚ ਬਹਿਣ ਖੋਣ ਤੁਹਾਡਾ ਹੋ ਜਾਏਗਾ ਤੇ ਫਿਰ ਤੁਸੀਂ ਜਿਵੇਂ ਹਸਨ ਭਾਈ ਦੇਖ ਲਓ ਆਏ ਨੇ ਅਗਰ ਜੇ ਕੋਈ ਸਿਗਰਟ ਜਾਂ ਹੋਰ ਕੋਈ ਐਂ ਦਾ ਨਸ਼ਾ ਕਰਦੇ ਹੁੰਦੇ ਤੇ ਮੈਨੂੰ ਨਹੀਂ ਲੱਗਦਾ ਹਸਨ ਭਾਈ ਜਿਹੜੀ ਅੱਜ ਇਸ ਟਾਈਮ ਸ਼ਹਿਰ ਦੇ ਵਿੱਚ ਕੈਂਪ ਦੇ ਵਿੱਚ ਆਉਂਦੇ ਹੁੰਦੇ ਕਿਉਂ ਹਸਨ ਭਾਈ ਗੱਲ ਸਹੀ ਹੈ ਨਾ ਬਿਲਕੁਲ ਹੈ ਇਹ ਨਿਜ਼ਾਮ ਤੁਹਾਡੇ ਸਾਹਮਣੇ ਆਏ ਆ ਪਿਆਰ ਤਾਂ ਅਲੱਗ ਬਣਾਇਆ ਹੋਇਆ ਤੇ ਕਿਤੇ ਨਾ ਕਿਤੇ ਕੰਮ ਆਈ ਜਾਂਦਾ ਹਾਂਜੀ ਜੇ ਅਸੀਂ ਪਰ ਇੱਕ ਦੂਜੇ ਨਾਲ ਕੰਮ ਨਹੀਂ ਆਣਾ ਤੇ ਹੋਰ ਕਿੰਨੇ ਆਣਾ ਹਾਂਜੀ ਤੇ ਗਏ ਉਹ ਕੈਂਪ ਚ ਆਣ ਕੇ ਉਹ ਮੈਂ ਤੁਹਾਨੂੰ ਸੰਭਾਲਿਆ ਇੱਥੇ ਆਇਆ ਹੁੰਦਿਆਂ ਸਾਲ ਵਿੱਚ ਤੁਸੀਂ ਸਾਰਾ ਇੰਤਜ਼ਾਮ ਕੀਤਾ ਕਿ ਬੈੱਡ ਸ਼ੈਟ ਹਰ ਚੀਜ਼ ਵਿਛਾਈ ਹੈ ਨਿਜ਼ਾਮ ਸੋਨਾ ਮਾਹੌਲ ਬਣਾ ਕੇ ਰੱਖਿਆ ਕਿ ਭਾਈ ਆ ਰਹੇ ਜੀ ਜੀ ਤੇ ਇਹ ਵਜ੍ਹਾ ਹੁੰਦੀ ਹੈ ਆਪਣਾ ਆਪ ਠੀਕ ਰੱਖੋ ਦੂਜਿਆਂ ਨਾਲ ਠੀਕ ਰੱਖੋ ਕੋਈ ਗੱਲ ਨਹੀਂ ਬਗਾਨੇ ਮੁਲਕ 'ਚ ਪੰਜਾਬੀ ਤੇ ਕੰਮ ਹੁੰਦਾ ਪੰਜਾਬੀ ਇਹ ਬੜੇ ਮਸ਼ਹੂਰ ਨੇ ਪਠਾਨ ले थे वो कहते ने तुम पंजाबी लोग अपने पंजाबी लोगों के काम आता है हमारे लोगों के काम नहीं आता तो यही आने पठान लोग पठानों के काम आता है पंजाबियों के काम नहीं आता तो ये कहावतां ने थे बड़ी कहावतां ने थे मेरा दोस्त ਇੱਥੇ ਅਫਗਾਨਿਸਤਾਨ ਦਾ ਵੀ ਪਿਛਲੇ ਕੈਂਪ ਦੇ ਵਿੱਚ ਵੀ ਅਬਦੁਲ ਸਲਾਮ ਸੀ ਉਹ ਵੀ ਅਫਗਾਨਿਸਤਾਨ ਦਾ ਵੇ ਤੇ ਉਹਦਾ ਹੋਰ ਕੈਂਪ ਹੈ ਤੇ ਬੜੇ ਅੱਛੇ ਦੋਸਤ ਨੇ ਅੱਛਾ ਟਾਈਮ ਇੱਥੇ ਗੁਜ਼ਰਦਾ ਵੇ ਤੇ ਹਰ ਇੱਕ ਕੌਮ ਦੇ ਵਿੱਚ ਕੁਝ ਬੰਦੇ ਹੁੰਦੇ ਨੇ ਜਿਹੜੇ ਕਿਸੇ ਨੂੰ ਨਹੀਂ ਅੱਛਾ ਸਮਝਦੇ ਉਹ ਪਾਕਿਸਤਾਨ 'ਚ ਵੀ ਆਏ ਨੇ ਅਫਗਾਨਿਸਤਾਨ 'ਚ ਵੀ ਆਏ ਨੇ ਤੇ ਜੇ ਇੰਡੀਆ 'ਚ ਵੀ ਨੇ ਉਹ ਦੁਨੀਆ ਦੇ ਹਰ ਇੱਕ ਮੁਲਕਾਂ 'ਚ ਪਾਏ ਜਾਂਦੇ ਨੇ ਤੁਸੀਂ ਅੱਛਿਆਂ ਨਾਲ ਜਾਓ ਤੁਸੀਂ ਬੁਰਿਆਂ ਦੀ ਗੱਲ ਹੀ ਨਾ ਕਰੋ ਠੀਕ ਹੈ ਉਹਨਾਂ ਨੂੰ ਚਾਹੋ ਵੀ ਨਾ ਕਰੋ ਕਿਉਂ ਹਸਨ ਭਾਈ ਬੇਸ਼ੱਕ ਇਹ ਆਂਦੇ ਨੇ ਕਿ ਤੁਸੀਂ ਆਪਣਾ ਆਪ ਠੀਕ ਰੱਖੋਗੇ ਹਾਂਜੀ ਤੁਹਾਨੂੰ ਦੂਜੇ ਵੀ ਠੀਕ ਲੱਗਣਗੇ ਦੂਜੇ ਵੀ ਠੀਕ ਲੱਗਣਗੇ ਜੇ ਆਪਣਾ ਆਪ ਤੁਹਾਨੂੰ ਠੀਕ ਰੱਖਣਾ ਤੁਹਾਨੂੰ ਜਿਹੋ ਜਿਹੇ ਤੁਸੀਂ ਆਪ ਹੋਵੋਗੇ ਉਹੋ ਜਿਹੇ ਦੂਜੇ ਲੱਗਣਗੇ ਤੇ ਬਿਹਤਰ ਹੈ ਕਿ ਆਪਣਾ ਆਪ ਠੀਕ ਰੱਖੋ ਦੂਜੇ ਤੁਹਾਨੂੰ ਖੁਦ ਠੀਕ ਲੱਗਣਗੇ ਹਾਂ ਬਾਕੀ ਜਿੱਥੇ ਰਹੋ ਅੱਛਾ ਖਾਓ ਪੀਓ ਅੱਛੇ ਦੋਸਤ ਬਣਾਓ ਤੇ ਇਹ ਤੁਹਾਡੀ ਜ਼ਿੰਦਗੀ ਦਾ ਸਰਮਾਇਆ ਅਗਰ ਤੁਸੀਂ ਨਸ਼ਿਆਂ ਨਾਲ ਬਵੋਗੇ ਤੇ ਨਾ ਤੁਸੀਂ ਆਪਣੇ ਘਰ ਵਾਲਿਆਂ ਵਾਸਤੇ ਕੁਝ ਕਰ ਪਾਓਗੇ ਨਾ ਆਪਣੇ ਵਾਸਤੇ ਠੀਕ ਹੈ ਤੇ ਜ਼ਿੰਦਗੀ ਆਪਣੀ ਖਰਾਬ ਹੀ ਕਰ ਲਓ ਦੇ ਬਸ ਜੇ ਕੀ ਹੈ ਜੀ ਨਸ਼ਾ ਕਰਨੇ ਆ ਜੀ ਤੇ ਬੜੇ ਫੰਨੇ ਹਾਂ ਵਾਂ ਤੇ ਬੜੀ ਗੱਲ ਹੈ ਜੀ ਕੋਈ ਸ਼ੈ ਨਹੀਂ ਹੁੰਦੀ ਜ਼ਲਾਲਤ ਜ਼ਲੀਲ ਤੇ ਓਕੇ ਬਾਏ ਹਸਨ ਭਾਈ ਹੁਣ ਥੱਕੇ ਹੋਣੇ ਨੇ ਤੁਹਾਨੂੰ ਆਰਾਮ ਕਰਨ ਤੱਕੇ ਹਸਪਤਾਲ ਕਰਿਆ ਨੇ ਤੇ ਅੱਛਾ ਮੈਡੀਕਲ ਕਰਵਾਇਆ ਨੇ ਕਿ ਤੁਹਾਨੂੰ ਕੋਈ ਮਸਲਾ ਤੇ ਨਹੀਂ ਹੈ ਹਾਂਜੀ ਖੈਰ ਕੋਈ ਮਸਲਾ ਨਹੀਂ ਹੈ ਠੀਕ ਹੈ ਜੇ ਕੋਈ ਮਸਲਾ ਹੈ ਤੇ ਦੱਸੋ ਵਾਹ ਨਹੀਂ ਕੋਈ ਮਸਲਾ ਨਹੀਂ ਹੈ ਸਹੀ ਪੇਪਰ ਬਣਾ ਦਿੱਤਾ ਉਹਨਾਂ ਅੱਛਾ ਮਸਲਾ ਹੁੰਦਾ ਤਾਂ ਉਹਨਾਂ ਲਿਖ ਦੇਣਾ ਹੈ ਕਿ ਇਹ ਚੀਜ਼ ਇਹਨੂੰ ਬਿਮਾਰੀ ਇਹਦਾ ਇਲਾਜ ਕਰੋ ਪਹਿਲੇ ਹਾਂ ਫਿਰ ਕੈਂਪ 'ਚ ਖੜੋ ਫਿਰ ਕੰਮ ਚ ਕਰੋ ਓਕੇ ਤੇ ਇਹ ਇਨਫੋਰਮੇਸ਼ਨ ਤੁਹਾਡੇ ਚਾਹਣ ਵਾਲਿਆਂ ਵਾਸਤੇ ਕਿ ਵੀ ਨਿਕਲੋ ਕੈਂਪ ਚੋਂ ਜੇ ਵਿਲੀਅਮ ਬੈਨ ਦਾ ਕੋਈ ਫਾਇਦਾ ਨਹੀਂ ਹੈ ਜੀ ਨਿਕਲੋਗੇ ਕੁਝ ਨਾ ਕੁਝ ਹਾਸਲ ਹੋਏਗਾ ਜੇ ਉੱਥੇ ਲੰਮਿਆਂ ਪੈ ਰਹੋਗੇ ਕੁਝ ਹਾਸਲ ਨਹੀਂ ਹੋਣਾ ਹੈ ਤੇ ਅਸੀਂ ਵੀ ਉੱਥੇ 6 ਮਹੀਨੇ ਪਹਿਲੇ ਲੰਮੇ ਪੈ ਰਹੇ ਹਾਂ ਜੀ ਜਦੋਂ ਨਿਕਲੇ ਹਾਂ ਤੇ ਰੱਬ ਨੇ ਕੋਈ ਸਿਲਾ ਦਿੱਤਾ ਤੇ ਤੁਹਾਡੇ ਚਾਹਣ ਵਾਲਿਆਂ ਵਾਸਤੇ ਇਹੀ ਹੈ ਸਹੀ ਕਿ ਹਿੰਮਤ ਕਰੋ ਫਿਰ ਨਿਕਲੋ ਬਾਹਰ ਹੁੰਦੀ ਉਹ ਤੁਹਾਨੂੰ ਸਾਮਾ ਬਾਈ ਦੱਸ ਦਿੰਦੇ ਨੇ ਆਪਣੇ ਕੋਲ ਉਹਨਾਂ ਕੋਲ ਜਿੰਨੀ ਕੁ ਹੁੰਦੀ ਆਪਣੇ ਕੋਲੋਂ ਦੱਸ ਦਿੰਦੇ ਹਾਂਜੀ ਯਾਰ ਦੋਸਤਾਂ ਨਾਲ ਜਿਹੜੀ ਤੁਹਾਨੂੰ ਪਤਾ ਹੈ ਹੁੰਦੀ ਹੈ ਕਿਸੇ ਕੋਲੋਂ ਲੈ ਕੇ ਉਹ ਤੁਹਾਨੂੰ ਹਰ ਕਿਸਮ ਦਾ ਗਾਈਡ ਕਰਦੇ ਨੇ ਤੇ ਤੁਸੀਂ ਤੁਹਾਡੇ ਵਾਸਤੇ ਵੀ ਇਹ ਵੀ ਕਿ ਤੁਸੀਂ ਵੀ ਸਾਮਾ ਬਾਈ ਨਾਲ ਪਿਆਰ ਕਰੋ ਚਾਹਤ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ
ਬਹੁਤ ਸ਼ੁਕਰੀਆ ਤੁਹਾਡੇ ਪਿਆਰ ਦਾ, ਮੁਹੱਬਤ ਦਾ। Arrivederci, ciao. ਓਕੇ Ciao. ciao।